ਜਗਮੋਹਨ ਸਿੰਘ ਪੱਟੀ ਐਡਵੋਕੇਟ YouTube ਚੈਨਲ ਅੱਜ ਤੁਹਾਡੇ ਵਾਸਤੇ ਇੱਕ ਨਵੀਂ ਗੱਲ, ਨਵੀਂ ਚਰਚਾ, ਨਵੀਂ ਧਿਆਨਯੋਗ ਗੱਲ ਲੈ ਕੇ ਆਇਆ ਕਿ ਤੁਸੀਂ ਫਲੈਟ ਖਰੀਦਣ ਤੋਂ ਪਹਿਲੇ ਕਿੰਨਾ ਗੱਲਾਂ ਦਾ ਧਿਆਨ ਰੱਖੋ। ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਔਰ ਇਸ ਧਿਆਨ ਨੂੰ ਕਿਵੇਂ ਤੇ ਕਿਸ ਹਿਸਾਬ ਨਾਲ ਦੇਖਣਾ ਜਾਂ ਰੱਖਣਾ, ਇਹ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਛੋਟੀ ਜਿਹੀ ਸੋਚ ਵਿਚਾਰ ਕਰੋ, ਆਪਸੀ ਦਵੰਦ ਨੂੰ ਕਰੋ। ਮੇਰੀ ਇਸ ਛੋਟੀ ਜਿਹੀ YouTube ਚੈਨਲ ਦੀ ਜਿਹੜੀ ਕੋਸ਼ਿਸ਼ ਹੈ ਉਹ ਤੁਹਾਡੇ ਹੱਕਾਂ ਦੀ, ਤੁਹਾਡੇ ਹੱਕ ਦੀ ਕਮਾਈ ਦੀ ਰੱਖਿਆ ਅਤੇ ਸੁਰੱਖਿਆ। ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਨਹੀਂ ਕੀਤਾ ਤਾਂ ਕਰ ਲਓ। YouTube 'ਤੇ ਦੇਖਿਆ ਅਤੇ ਫਿਰ ਵੀ ਸਬਸਕ੍ਰਾਈਬ ਕਰ ਦਿਓ, ਵੱਧ ਤੋਂ ਵੱਧ ਹੱਥਾਂ ਵਿੱਚ ਪਹੁੰਚਾ ਦਿਓ ਤਾਂ ਕਿ ਜਿਹੜੀ ਲੁੱਟ ਖਸੁੱਟ ਹੋ ਰਹੀ ਹੈ ਤੁਹਾਡੀ ਫਲੈਟਸ ਦੀ ਆੜ ਥੱਲੇ, ਜਦੋਂ ਤੁਸੀਂ ਬੁੱਕ ਕਰਾਉਂਦੇ ਹੋ ਜਾਂ ਕਿਸ ਤਰ੍ਹਾਂ ਕੀ ਕਰਦੇ ਹੋ, ਇਹ ਤੁਹਾਡੇ ਵਾਸਤੇ ਇੱਕ ਆਪਣੇ ਆਪ ਦੇ ਲਈ ਵਿਚਾਰ ਦੀ ਗੋਸ਼ਟੀ ਦਾ ਵਿਸ਼ਾ। ਔਰ ਮੈਂ ਤੁਹਾਨੂੰ ਇੱਥੇ ਇਹ ਦੱਸਣ ਦੀ ਕੋਸ਼ਿਸ਼ ਕਰਨ ਲੱਗਿਆ ਕਿ ਕਿੰਨਾ ਗੱਲਾਂ ਦਾ ਧਿਆਨ ਰੱਖੋ ਜਦੋਂ ਤੁਸੀਂ ਫਲੈਟ ਲੈਣਾ ਜਾਂ ਤੁਸੀਂ ਆਪਣਾ ਘਰ ਲੈਣਾ। ਸਭ ਤੋਂ ਪਹਿਲੀ ਚੀਜ਼ ਇਹ ਹੈ, ਜਦੋਂ ਤੁਸੀਂ ਘਰ ਪਲਾਨ ਕੀਤਾ ਤਾਂ ਉਸ ਪਲੈਨਿੰਗ ਦੇ ਵਿੱਚ ਦੋ ਚੀਜ਼ਾਂ ਦਾ ਧਿਆਨ ਜ਼ਰੂਰ ਰੱਖ ਲਓ। ਫਲੈਟ ਲੈਣਾ ਅਤੇ ਕਿਹੜੀ ਲੋਕੇਸ਼ਨ 'ਤੇ ਲੈਣਾ ਅਤੇ ਉਹਦੀ ਕੰਸਟਰਕਸ਼ਨ ਜਿਹੜੀ ਹੈ, ਉਹਦੀ ਕੰਸਟਰਕਸ਼ਨ ਕਿੰਨੀ ਕੁ ਹੈ, ਕਿਸ ਹਿਸਾਬ ਦੀ ਹੈ। ਕਈ ਫਲੈਟ ਐਸੇ ਨੇ, ਕਿਉਂਕਿ ਅੱਜ ਕੱਲ੍ਹ ਅਰਥਕੁਏਕ ਆਉਂਦੇ ਰਹਿੰਦੇ ਨੇ ਔਰ ਜਦੋਂ ਅਰਥਕੁਏਕ ਆਉਂਦੇ ਨੇ ਅਤੇ ਵੱਡੀਆਂ ਉੱਚੀਆਂ 20 25 ਮੰਜ਼ਲ ਦੀਆਂ ਇਮਾਰਤਾਂ ਜਿਹੜੀਆਂ ਉਹਨਾਂ ਨੂੰ ਕੀ ਨੁਕਸਾਨ ਮਿਲਦਾ ਹੈ ਜਾਂ ਕੀ ਹੈ, ਇਸ ਦੀ ਜਿਹੜੀ ਪ੍ਰਮਾਣਿਕਤਾ ਜਿਹੜੀ ਹੈ, ਜਦੋਂ ਤੁਸੀਂ ਕਿਸੇ ਬਿਲਡਰ ਤੋਂ ਲੈਂਦੇ ਹੋ ਉਹ ਤੁਹਾਨੂੰ ਪ੍ਰਮਾਣਿਕਤਾ ਦੇਵੇ ਅਤੇ ਬਹੁਤ ਅੱਛਾ। ਜੇ ਨਹੀਂ ਦਿੰਦੇ ਤਾਂ ਉਹਨਾਂ ਨੂੰ ਬੇਨਤੀ ਕਰਕੇ ਇਸ ਦੀ ਪ੍ਰਮਾਣਿਕਤਾ ਲਵੋ। ਦੂਜੀ ਚੀਜ਼ ਇਹ ਹੈ, ਸਭ ਤੋਂ ਵੱਡੀ, ਜਿਹੜੀ ਤੁਸੀਂ ਕੋਈ ਵੀ ਫਲੈਟ ਕਿਸੇ ਵੀ ਲੋਕੈਲਿਟੀ ਵਿੱਚ ਲੈ ਰਹੇ ਹੋ, ਉਸ ਦਾ ਵਾਤਾਵਰਨ ਕੀ ਹੈ, ਉਸ ਦਾ ਜਿਹੜਾ ਏਰੀਆ ਕੀ ਹੈ। ਏਰੀਆ ਘੱਟ ਤਾਂ ਨਹੀਂ, ਜੇ ਘੱਟ ਹੈ ਤਾਂ ਤੁਸੀਂ ਉਹਦਾ ਮਾਪਦੰਡ ਕਿਵੇਂ ਮਾਪੋਗੇ, ਇਹ ਜਿਹੜਾ ਬਿਲਡਰ ਤੁਹਾਨੂੰ ਇਨਸ਼ੋਰ ਕਰੇ, ਜਿਹੜਾ ਤੁਹਾਨੂੰ ਫਲੈਟ ਵੇਚ ਰਿਹਾ। ਦੇਖੋ, ਕੁਝ ਫਲੈਟ ਐਸੇ ਨੇ ਜਿਹੜੇ 1 ਕਰੋੜ ਜਾਂ 1.5 ਕਰੋੜ ਦੇ ਨੇ ਔਰ ਚੌਥੀ ਮੰਜ਼ਿਲ 'ਤੇ, ਪੰਜਵੀਂ ਮੰਜ਼ਿਲ 'ਤੇ ਜਿਹੜੇ ਫਲੈਟ ਨੇ, ਇਸ ਤਰ੍ਹਾਂ ਉਹਨਾਂ ਦੀ ਕੀਮਤ ਘਟਦੀ ਰਹਿੰਦੀ ਹੈ। ਜਦੋਂ ਕੀਮਤ ਘਟਦੀ ਹੈ ਉਹਦੇ ਤੁਸੀਂ 3 ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਕਿ ਕਿਹੜੀ ਮੰਜ਼ਿਲ 'ਤੇ ਤੁਸੀਂ ਫਲੈਟ ਰਹਿ ਰਹੇ ਹੋ। ਪਹਿਲੀ ਚੀਜ਼, ਜਦੋਂ ਤੁਸੀਂ ਬਿਲਡਰ ਨਾਲ ਜਾਂ ਡਿਵੈਲਪਰ ਨਾਲ ਤੁਸੀਂ ਫਲੈਟ ਲੈਣ ਦੀ ਗੱਲ ਕੀਤੀ ਹੈ, ਉਸ ਫਲੈਟ ਦੇ ਵਿੱਚ ਤੁਹਾਡੀ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ, ਸਿਰਫ ਫਲੈਟ ਦੇ ਜਿਹੜੇ ਕਵਰਡ ਏਰੀਆ ਉਹਦੀ ਹੀ ਰਜਿਸਟਰੀ ਕਰਾ ਕੇ ਦਿੱਤੀ ਜਾਂਦੀ ਹੈ, ਲੇਕਿਨ ਜਿਹੜੀ ਜ਼ਮੀਨ 'ਤੇ ਉਹ ਫਲੈਟ ਬਣੇ ਨੇ, ਉਸ ਜ਼ਮੀਨ ਦਾ ਜਿਹੜੀ ਮਾਲਕੀ ਦੇ ਹੱਕ ਨੇ ਉਹ ਤੁਹਾਨੂੰ ਕਦੀ ਨਹੀਂ ਦਿੱਤੇ ਜਾਂਦੇ। ਕਿਉਂ ਨਹੀਂ ਦਿੱਤੇ ਜਾਂਦੇ? ਤੁਸੀਂ ਆਪਣੇ ਬਿਲਡਰ ਨੂੰ ਜਾਂ ਆਪਣੇ ਫਲੈਟ ਜਿਹੜਾ ਵੇਚ ਰਿਹਾ ਤੁਹਾਨੂੰ, ਜਾਂ ਜਿਹੜਾ ਵੀ ਡਿਵੈਲਪਰ ਹੈ, ਉਸ ਨੂੰ ਇਸ ਚੀਜ਼ ਜ਼ਰੂਰ ਪੁੱਛੋ, ਉਹ ਜਿਹੜੀ ਜ਼ਮੀਨ ਹੈ ਜਿਹਦੇ ਉੱਤੇ ਫਲੈਟ ਬਣਾਏ ਗਏ ਨੇ, ਉਹਨਾਂ ਦੀ ਉਮਰ ਕਿੰਨੀ ਕੁ ਹੋਏਗੀ। ਰੱਬ ਕਰੇ ਉਮਰ ਬੜੀ ਲੰਬੀ ਹੋਵੇ ਉਹਨਾਂ ਫਲੈਟਸ ਦੀ, ਲੇਕਿਨ ਉਸ ਦੀ ਜਦੋਂ ਉਸ ਬਿਲਡਿੰਗ ਦੀ ਗਿਰਾਵਟ ਹੋਏਗੀ ਜਾਂ ਸਭ ਕੁਝ ਹੋਏਗਾ, ਤੁਹਾਡੀ ਜਿਹੜੀ ਮਿਹਨਤ ਦੀ ਕਮਾਈ ਹੈ ਉਹ ਗਿਰ ਜਾਏਗੀ। ਕਿਉਂਕਿ ਤੁਹਾਡੇ ਕੋਲ ਜ਼ਮੀਨ ਦੀ ਸ਼ੇਅਰ ਹੋਲਡਿੰਗ ਨਹੀਂ ਹੈ। ਜ਼ਮੀਨ ਦੇ ਵਿੱਚ ਤੁਹਾਡੀ ਸ਼ੇਅਰ ਹੋਲਡਿੰਗ ਦਾ, ਮਾਲਕੀ ਦਾ ਹੱਕ ਜਿਹੜਾ ਤੁਹਾਡੇ ਫਲੈਟ ਦੇ ਵਿੱਚ ਨਹੀਂ ਦੱਸਿਆ ਗਿਆ, ਨਹੀਂ ਰੱਖਿਆ ਗਿਆ। ਜੇ ਉਹ ਨਹੀਂ ਦੱਸਿਆ ਗਿਆ ਜਾਂ ਨਹੀਂ ਰੱਖਿਆ ਗਿਆ ਤਾਂ ਉਹ ਜ਼ਮੀਨ ਜਿਹੜੀ ਹੈ ਬਿਲਡਰ ਜਾਂ ਡਿਵੈਲਪਰ ਦੀ ਹੀ ਰਹੇਗੀ, ਉਹਦੇ ਉੱਤੇ ਤੁਸੀਂ ਔਰ ਤੁਹਾਡਾ ਕੋਈ ਅਧਿਕਾਰ ਨਹੀਂ। ਔਰ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖੋ, ਵਿਚਾਰ ਲਓ ਇਸ ਗੱਲ ਨੂੰ। ਤੀਜੀ ਚੀਜ਼ ਇਹ ਹੈ, ਸਭ ਤੋਂ ਵੱਡੀ, ਜਿਹੜੀ ਮੈਂ ਇਹ ਤੁਹਾਡੇ ਨਾਲ ਵਿਚਾਰ ਗੋਸ਼ਟੀ ਕਰਨੀ ਚਾਹੁੰਦਾ ਕਿ ਜਦੋਂ ਵੀ ਫਲੈਟ ਲਓ ਤੁਸੀਂ ਉਸ ਫਲੈਟ ਦੇ ਵਿੱਚ ਤੁਸੀਂ ਧੁੱਪ ਦਾ, ਛਾਂ ਦਾ ਸਾਰਾ ਹਿਸਾਬ ਦੇਖੋ। ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿ ਕਈ ਫਲੈਟ ਐਸੇ ਨੇ ਜਿੱਥੇ ਧੁੱਪ ਨਹੀਂ ਪਹੁੰਚਦੀ, ਰੋਸ਼ਨੀ ਨਹੀਂ ਪਹੁੰਚਦੀ, ਔਰ ਕਈ ਫਲੈਟ ਐਸੇ ਨੇ, ਤੁਸੀਂ ਦੇਖਿਆ ਹੋਏਗਾ, ਮੈਂ ਜਗ੍ਹਾ ਦਾ ਨਾਂ ਨਹੀਂ ਲੈ ਰਿਹਾ ਕਿਸੇ ਦਾ ਵੀ, ਲੇਕਿਨ ਮੈਂ ਇੱਕ ਚੀਜ਼ ਜ਼ਰੂਰ ਕਹਿ ਰਿਹਾ, ਚੰਡੀਗੜ੍ਹ ਦੇ ਆਲੇ ਦੁਆਲੇ, ਅੰਬਾਲਾ ਵਿੱਚ, ਜ਼ੀਰਕਪੁਰ ਵਿੱਚ ਅਤੇ ਹੋਰ ਹਿਮਾਚਲ ਦੇ ਵਿੱਚ, ਬੱਦੀ ਦੇ ਵਿੱਚ, ਜਾਂ ਜਿਹੜੀਆਂ ਵੀ ਜਗ੍ਹਾ 'ਤੇ, ਜਾਂ ਗੁੜਗਾਉਂ ਦੇ ਵਿੱਚ, ਜਾਂ ਦੇਸ਼ ਦੇ ਕਿਸੇ ਹੋਰ ਖਿੱਤੇ ਦੇ ਵਿੱਚ ਇਹ ਫਲੈਟ ਬਣ ਰਹੇ ਨੇ ਜਾਂ ਵਿਕ ਰਹੇ ਨੇ, ਉਹਨਾਂ ਫਲੈਟਾਂ ਦੇ ਵਿੱਚ ਮਟੀਰੀਅਲ ਕਿਹੜਾ ਲੱਗ ਰਿਹਾ ਔਰ ਉਹਦੇ ਵਿੱਚ ਜਿਹੜੀ ਹੈ
ਐਗਰੀਮੈਂਟ ਜਿਹੜਾ ਐਗਰੀਮੈਂਟ ਦੀਆਂ ਕਲਾਜ਼ ਜਿਹੜੀਆਂ ਪੂਰੀਆਂ ਤੁਸੀਂ ਸਮਝ ਲਈਆਂ, ਪੜ੍ਹ ਲਈਆਂ ਜਾਂ ਨਹੀਂ ਪੜ੍ਹੀਆਂ। ਜੇ ਪੜ੍ਹ ਲਈਆਂ ਤਾਂ ਇੱਕ ਬਹੁਤ ਚੰਗਾ ਕੰਮ ਹੈ। ਜਿਹੜੇ ਤੁਹਾਡੇ ਮਨ ਦੇ ਵਿੱਚ ਕੋਈ ਵੀ ਕਿੰਤੂ ਪਰੰਤੂ ਜਾਂ ਸਵਾਲ ਆਉਂਦੇ ਨੇ, ਜਿਸ ਵੀ ਸੱਜਣ ਨੇ ਜਾਂ ਕੰਪਨੀ ਨੇ ਤੁਹਾਨੂੰ ਉਹ ਫਲੈਟ ਵੇਚਿਆ ਜਾਂ ਬਿਲਡਰ ਜਾਂ ਡਿਵੈਲਪਰ ਤੋਂ ਲਿਆ ਗਿਆ ਉਹ ਫਲੈਟ, ਉਸ ਦਾ ਤੁਸੀਂ ਜ਼ਰੂਰ ਦੇਖੋ। ਇੱਕ ਚੀਜ਼ ਹੋਰ ਦੇਖੋ, ਜਦੋਂ ਬਿਲਡਰ ਜਾਂ ਡਿਵੈਲਪਰ ਜਿਹੜੇ ਨੇ ਉਹ ਫਲੈਟ ਬਣਾਉਂਦੇ ਨੇ ਤਾਂ ਉਹਦੇ ਵਿੱਚ ਪਾਰਕਾਂ ਦੀ ਸਪੇਸ ਜਿਹੜੀ ਹੈ ਪ੍ਰੋਪਰ ਹੈ, ਉਹਦਾ ਮਾਸਟਰ ਪਲਾਨ ਦੇਖੋ। ਉਹਦੇ ਵਿੱਚ ਜਦੋਂ ਤੁਸੀਂ ਕਿਸ਼ਤਾਂ ਦੇ ਰਹੇ ਹੋ, ਬੈਂਕ ਤੋਂ ਲੈ ਕੇ ਦੇ ਰਹੇ ਹੋ ਨਾ, ਔਰ ਬੈਂਕ ਤੋਂ ਜਦੋਂ ਕਿਸ਼ਤਾਂ ਲੈ ਕੇ ਦੇ ਰਹੇ ਹੋ, ਲੋਨ ਲਿਆ ਤੁਸੀਂ, ਤਾਂ ਉਹ ਲੋਨ ਤੁਹਾਡਾ ਜਿਹੜਾ ਦਾੜੀ ਨਾਲੋਂ ਮੁੱਛਾਂ ਵੱਡੀਆਂ ਨਹੀਂ ਹੋਣੀਆਂ ਚਾਹੀਦੀਆਂ। ਇਸ ਹਿਸਾਬ ਨਾਲ ਤੁਸੀਂ ਜਿਹੜਾ ਉਹਦਾ ਟਾਈਮਬੰਦ ਪਾਬੰਦੀ ਜਿਹੜੀ ਹੈ ਉਸ ਨੂੰ ਦੇਖ ਲਓ, ਵਿਚਾਰ ਲਓ, ਸੋਚ ਲਓ, ਸਮਝ ਲਓ ਅਤੇ ਉਸ ਦੇ ਮੁਤਾਬਕ ਤੁਸੀਂ ਪਲੈਨਿੰਗ ਕਰੋ। ਹੁਣ ਤੁਸੀਂ ਇਹ ਕਹੋਗੇ ਕਿ ਮੈਂ ਇਹ ਫਲੈਟ ਬਾਰੇ ਇੰਨੀਆਂ ਗੱਲਾਂ ਕੀਤੀਆਂ ਅਤੇ ਫਿਰ ਇਹਦਾ ਆਲਟਰਨੇਟਿਵ ਕੀ ਹੈ? ਇਹਦਾ ਆਲਟਰਨੇਟਿਵ ਇਹ ਹੈ, ਮੰਨ ਲਓ ਤੁਸੀਂ 1 ਕਰੋੜ ਦਾ ਫਲੈਟ ਲੈ ਰਹੇ ਹੋ ਅਤੇ ਮੈਂ ਤੁਹਾਨੂੰ ਇਹ ਬੇਨਤੀ ਵੀ ਕਰ ਸਕਦਾ ਅਤੇ ਸੁਜੈਸਟ ਵੀ ਕਰ ਸਕਦਾ, ਕਿਉਂਕਿ ਤੁਹਾਡੀ ਹੱਕ ਦੀ ਕਮਾਈ ਹੈ ਅਤੇ ਕਿੰਨੇ ਕਿੰਨੇ ਉਡਾਈ ਹੈ, ਇਹ ਗੱਲ ਨਹੀਂ ਹੋਣੀ ਚਾਹੀਦੀ। ਇਹਦੇ ਵਿੱਚ ਇਹ ਗੱਲ ਜ਼ਰੂਰ ਹੋਵੇ, ਇੱਕ ਛੋਟਾ ਜਿਹਾ ਭਾਵੇਂ 5 ਮਰਲੇ ਦਾ ਇੱਕ ਤੁਸੀਂ ਛੋਟਾ ਜਿਹਾ ਪਲਾਟ ਲੈ ਕੇ ਉਹਦੇ ਉੱਤੇ ਆਪਣੀ ਗਰਾਊਂਡ ਫਲੋਰ, ਫਸਟ ਫਲੋਰ, ਸੈਕਿੰਡ ਫਲੋਰ, ਜੇ ਪਰਮਿਸ਼ਨ ਹੈ ਅਤੇ ਬੇਸਮੈਂਟ ਵੀ ਬਣਾ ਸਕਦੇ ਹੋ। ਵੱਡੇ ਆਕਾਰ ਦੇ ਫਲੈਟ ਦੇ ਵਿੱਚ ਵੀ, ਵੱਡੇ ਆਕਾਰ ਦੇ ਪਲਾਟ ਦੇ ਵਿੱਚ ਵੀ ਸਾਰਾ ਕੁਛ ਜਦੋਂ ਤੁਸੀਂ ਉਹ ਬਣਾ ਸਕਦੇ ਹੋ, ਉਹ ਤੁਹਾਡੇ ਕੋਲ ਸਾਰੀ ਜਿੰਨੀ ਬਿਲਡਿੰਗ ਹੈ 2 ਫਲੋਰ ਤੱਕ ਜਾਂ 3 ਫਲੋਰ ਤੱਕ ਸਣੇ ਬੇਸਮੈਂਟ ਦੇ, ਉਹ ਤੁਹਾਡੀ ਆਪਣੀ ਮਾਲਕੀ ਹੈ। ਜੇ ਉਹ ਤੁਹਾਡੀ ਆਪਣੀ ਮਾਲਕੀ ਹੈ, ਉਹ ਤੁਹਾਡਾ ਇੱਕ ਕਮਾਊ ਪੁੱਤਰ ਬਣ ਜਾਂਦਾ। ਤੁਸੀਂ ਗਰਾਊਂਡ ਫਲੋਰ ਆਪਣੇ ਕੋਲ ਰੱਖੋ, ਫਸਟ ਫਲੋਰ ਕਿਰਾਏ 'ਤੇ ਦੇ ਸਕਦੇ ਹੋ, ਸੈਕਿੰਡ ਫਲੋਰ ਕਿਰਾਏ 'ਤੇ ਦੇ ਸਕਦੇ ਹੋ। ਉਹ ਤੁਹਾਡੀ ਇੱਕ ਆਮਦਨ ਦਾ ਜ਼ਰੀਆ। ਜਿਹੜਾ ਤੁਸੀਂ ਲੋਨ ਲਿਆ ਉਸ ਲੋਨ ਨੂੰ ਤੁਸੀਂ ਵਾਪਸ ਕਰ ਸਕਦੇ ਹੋ, ਇੰਸਟਾਲਮੈਂਟ ਕਰ ਸਕਦੇ ਹੋ, ਔਰ ਤੁਹਾਨੂੰ ਉਹਦੇ ਵਿੱਚੋਂ ਕੁਛ ਨਾ ਕੁਛ ਆਪਣੇ ਜਿਹੜੇ ਵਾਸਤੇ ਹੈ ਬੱਚਤ ਵੀ ਹੋ ਸਕਦੀ ਹੈ। ਕਿਉਂਕਿ ਇਹ ਮਿਡਲ ਕਲਾਸ ਮੱਧ ਸ਼੍ਰੇਣੀ ਜਿਹੜੀ ਹੈ, ਇਸ ਨੂੰ ਬੜਾ ਸੋਚਣਾ ਸਮਝਣਾ ਪੈਂਦਾ ਹੈ। ਇੱਕ ਪਿਕਚਰ ਹੁੰਦੀ ਸੀ ਕਰੌਂਦੇ ਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਸੀਗੀ ਕਿ ਕਿਸ ਤਰ੍ਹਾਂ 2 ਮੀਆਂ ਬੀਬੀ ਆਪਸ ਵਿੱਚ ਕਰ ਰਹੇ ਨੇ ਮਿਹਨਤ, ਆਮਦਨ ਬਣਾ ਰਹੇ ਨੇ, ਲੇਕਿਨ ਉਹ ਜਦੋਂ ਆਪਣੇ ਫਲੈਟ ਦੀ ਗੱਲ ਕਰਦੇ ਨੇ ਕਿਸੇ ਬਿਲਡਰ ਨਾਲ ਜਾਂ ਕਿਸੇ ਹੋਰ ਨਾਲ, ਤਾਂ ਉਹ ਜਿਹੜੀ ਹੈ ਉਹ ਉਹਨਾਂ ਦਾ ਕਰੌਂਦਾ ਬਣ ਸਕਦਾ ਜਾਂ ਨਹੀਂ ਬਣ ਸਕਦਾ। ਇਹ ਪਿਕਚਰ ਤੁਸੀਂ ਆਪ ਦੇਖ ਲੈਣਾ, ਅੰਦਾਜ਼ਾ ਲਾ ਲੈਣਾ, ਔਰ ਮੈਂ ਤੁਹਾਨੂੰ ਇੱਥੇ ਜ਼ਿਆਦਾ ਗੱਲ ਨਹੀਂ ਦੱਸ ਰਿਹਾ। ਜਦੋਂ ਤੁਸੀਂ ਫਲੈਟ ਨਾ ਲੈ ਕੇ ਇੱਕ ਪਲਾਟ ਲੈਂਦੇ ਹੋ, ਤੁਹਾਡੇ ਕੋਲ ਮਾਲਕੀ ਦੇ ਹੱਕ ਨੇ, ਜ਼ਮੀਨ ਦੇ ਮਾਲਕੀ ਦੇ ਹੱਕ ਤੁਹਾਡੇ ਕੋਲ ਨੇ, ਲੇਕਿਨ ਫਲੈਟ ਦੇ ਵਿੱਚ ਤੁਹਾਡੇ ਕੋਲ ਜਿਹੜੀ ਜਗ੍ਹਾ 'ਤੇ ਫਲੈਟ ਬਣਿਆ ਉਸ ਪੋਰਸ਼ਨ ਦੇ ਵਿੱਚ ਜੋ 2 ਏਕੜ ਦੀ ਕਲੋਨੀ ਹੈ ਜਾਂ 2 ਏਕੜ ਦਾ ਏਰੀਆ ਫਲੈਟਸ ਦਾ, ਤਾਂ ਉਸ 2 ਏਕੜ ਦੀ ਜਿਹੜੀ ਮਾਲਕੀ ਦੀ ਸ਼ੇਅਰ ਹੋਲਡਿੰਗ ਹੈ ਉਹ ਤੁਹਾਡੇ ਹੱਥ ਨਹੀਂ, ਉਹ ਕਿਹਦੇ ਕੋਲ ਹੈ? ਉਹ ਬਿਲਡਰ ਡਿਵੈਲਪਰ ਦੇ ਕੋਲ ਹੈ ਅਤੇ ਉਹਦੀ ਮਾਲਕੀ ਹੈ। ਲੇਕਿਨ ਬਿਲਡਰ ਅਤੇ ਡਿਵੈਲਪਮੈਂਟ ਨੇ ਤੁਹਾਡੇ ਤੋਂ ਕਮਾਇਆ ਕਿਸ ਰੇਟ 'ਤੇ ਹੈ? ਜਿਸ ਤਰ੍ਹਾਂ ਤੁਸੀਂ ਕਿਸੇ ਪਲਾਟ ਨੂੰ ਲੈ ਕੇ ਬਣਾਉਂਦੇ ਹੋ, ਸਪੋਜ਼ ਤੁਸੀਂ 1 ਕਰੋੜ ਦਾ ਫਲੈਟ ਲੈ ਰਹੇ ਹੋ, ਮੰਨ ਲਓ ਤੁਹਾਡਾ ਸਪੇਸ਼ੀਅਸ ਹੈ ਫਲੈਟ, ਸਾਰਾ ਕੁਛ ਹੈ, ਮੈਂ ਮੰਨਦਾ ਬਹੁਤ ਸੋਹਣਾ ਬਣਿਆ ਹੈ, ਕਮਰਸ਼ੀਅਲ ਵੀ ਹੈ, ਔਰ ਇੱਕ ਲਗਜ਼ਰੀਅਸ ਫਲੈਟ ਹੈ। ਉਹਦੀ ਲਗਜ਼ਰੀ ਵੱਲ ਨਾ ਜਾ ਕੇ ਤੁਸੀਂ ਆਪਣੀ ਫਿਊਚਰ ਜਿਹੜੀ ਹੈ, ਫਿਊਚਰ ਦੀ ਲਗਜ਼ਰੀ ਜਾਂ ਜ਼ਰੂਰਤ ਉਹਨੂੰ ਪੂਰਾ ਕਰੋ। ਜੇ ਤੁਸੀਂ ਇੱਕ 5 ਮਰਲੇ ਦਾ ਪਲਾਟ ਲੈ ਕੇ ਤੁਸੀਂ ਗਰਾਊਂਡ ਫਲੋਰ, ਫਸਟ ਫਲੋਰ ਅਤੇ ਸੈਕਿੰਡ ਫਲੋਰ ਬਣਾ ਲੈਂਦੇ ਹੋ, ਅਤੇ ਤੁਹਾਡੇ ਕੋਲ ਕਵਰਡ ਏਰੀਆ 1 ਕਰੋੜ ਦੇ ਫਲੈਟ ਜਿੰਨਾ ਹੀ ਹੁੰਦਾ, ਔਰ ਕਾਸਟ ਜਿਹੜੀ ਹੈ ਮੋਰ ਔਰ ਲੈਸ ਜਿਹੜੀ ਹੈ ਸੇਮ ਹੋਏਗੀ। ਫਿਰ ਤੁਸੀਂ ਆਪਣੀ ਮਰਜ਼ੀ ਦਾ ਬਣਾਓਗੇ, ਆਪਣੀ ਮਰਜ਼ੀ ਦੀ ਤੁਸੀਂ ਰੈਂਟਲ ਜਿਹੜੀ ਹੈ ਕਿਸੇ ਵੀ ਸੱਜਣ ਮਿੱਤਰ ਨੂੰ ਦੇ ਸਕਦੇ ਹੋ ਜਾਂ ਉਸ ਤੋਂ ਕਮਾਈ ਕਰ ਸਕਦੇ ਹੋ। ਇਹ ਕਮਾਈ ਜਿਹੜੀ ਹੈ ਤੁਹਾਡੇ ਕਮਾਊ ਪੁੱਤਰ ਵਾਂਗੂ ਹੋਏਗੀ। ਐਵੇਂ ਨਹੀਂ ਕਿਹਾ ਜਾਂਦਾ ਕਿ ਜਿਹੜੀ ਪ੍ਰਾਪਰਟੀ ਹੈ ਉਹ ਇੱਕ ਐਸਾ ਕੰਮ ਕਰਦੀ ਹੈ ਕਿ ਕਮਾਊ ਪੁੱਤਰ ਨਹੀਂ ਕਰ ਸਕਦਾ। ਪੁੱਤਰ ਨਹੀਂ ਪੁੱਛਦੇ, ਲੇਕਿਨ ਜਿਹੜੀ ਪ੍ਰਾਪਰਟੀ ਹੈ ਉਹਦਾ ਜਿਹੜਾ ਕਿਰਾਇਆ ਥੋੜ੍ਹਾ ਬਹੁਤਾ ਆਉਂਦਾ ਰਹਿੰਦਾ, ਉਹ ਤੁਹਾਡੇ ਬੁਢਾਪੇ ਦਾ ਜਾ ਕੇ ਇੱਕ ਆਸਰਾ ਬਣਦਾ ਹੈ। ਜੇ ਤੁਸੀਂ ਇਹ ਦੇਖੋ, ਇਹਦੇ ਤੋਂ ਤੁਸੀਂ ਕਿੰਨੀਆਂ ਜ਼ਰੂਰਤਾਂ ਪੂਰੀਆਂ ਕਰਦੇ ਹੋ।
ਤੇ ਕਿਵੇਂ ਤੇ ਕਿਸ ਹਿਸਾਬ ਨਾਲ ਚੱਲਦੇ ਹੋ, ਇਹ ਤੁਸੀਂ ਇੱਕ ਚੀਜ਼ ਜ਼ਰੂਰ ਦੇਖੋ। ਮੈਂ ਤੁਹਾਨੂੰ ਇੱਥੇ ਇਹ ਬੇਨਤੀ ਕਰਾਂਗਾ, ਜਿਨ੍ਹਾਂ ਨੇ ਵੀ ਫਲੈਟ ਲਏ ਨੇ ਉਹ ਆਪਣੇ ਡਿਵੈਲਪਰ ਜਾਂ ਆਪਣਾ ਜਿਹੜਾ ਵੀ ਕੰਪਨੀ ਹੈ ਜਿਸ ਨੇ ਉਹਨਾਂ ਨੂੰ ਡਿਵੈਲਪ ਕੀਤਾ ਹੈ, ਉਹਨਾਂ ਨੂੰ ਇਹ ਜ਼ਰੂਰ ਪੁੱਛਣ ਵੀ ਸਾਡੇ ਇਸ ਜ਼ਮੀਨ ਦੇ ਵਿੱਚ ਮਾਲਕੀ ਦੇ ਹੱਕ ਜਾਂ ਸ਼ੇਅਰ ਹੋਲਡਿੰਗ ਹੈ ਜਾਂ ਨਹੀਂ। ਬਸ ਅੱਜ ਵਿਚਾਰਾਂ ਛੋਟੀਆਂ ਜਿਹੀਆਂ ਇੰਨੀਆਂ ਕੋਈ ਕਰਨੀਆਂ ਸਨ, ਜ਼ਿਆਦਾ ਨਹੀਂ ਕਰਨੀਆਂ। ਇਹ ਗੱਲਾਂ ਜਿਹੜੀਆਂ ਅੱਗੇ ਵੀ ਚੱਲਦੀਆਂ ਰਹਿਣਗੀਆਂ, ਇਸ ਸੀਰੀਜ਼ ਦੇ ਵਿੱਚ ਆਉਂਦੀਆਂ ਰਹਿਣਗੀਆਂ। ਅੱਜ ਗੱਲਾਂ ਇੰਨੀਆਂ ਕੋਈ ਜ਼ਿਆਦਾ ਨਹੀਂ। ਸਤਿ ਸ਼੍ਰੀ ਅਕਾਲ।